हाँ जी बेटा, अज आपां ਸਾਹਿਤਮਾਲਾ ਦੀ ਬੁੱਕ ਕਵਿਤਾ ਭਾਗ ਦੇ ਵਿੱਚੋਂ ਭਾਈ ਵੀਰ ਸਿੰਘ ਜੀ ਬਾਰੇ ਪੜਾਂਗੇ। ਠੀਕ ਹੈ, ਉਹਨਾਂ ਦੀ ਕਵਿਤਾਵਾਂ ਬਾਰੇ ਪੜਾਂਗੇ। ਭਾਈ ਵੀਰ ਸਿੰਘ ਜੀ ਦਾ ਜਨਮ ਸੀ ਜਿਹੜਾ 1872 ਈਸਵੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1957 ਈਸਵੀ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਸੀਗੇ। ਭਾਈ ਵੀਰ ਸਿੰਘ ਜੀ ਦਾ ਜਨਮ 5 ਦਸੰਬਰ 1872 ਈਸਵੀ ਨੂੰ ਪਿਤਾ ਸਰਦਾਰ ਚਰਨ ਸਿੰਘ ਤੇ ਮਾਤਾ ਸਰਦਾਰਨੀ ਉੱਤਮ ਕੌਰ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ। ਭਾਈ ਵੀਰ ਸਿੰਘ ਜੀ ਨੂੰ ਆਧੁਨਿਕ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ। ਵੈਰੀ ਇੰਪੋਰਟੈਂਟ ਕੁਐਸਚਨ, ਭਾਈ ਵੀਰ ਸਿੰਘ ਜੀ ਨੂੰ ਕਿਸ ਕਵਿਤਾ ਦਾ ਜਨਮਦਾਤਾ ਕਿਹਾ ਜਾਂਦਾ ਹੈ? ਆਧੁਨਿਕ ਕਵਿਤਾ ਦਾ। ਆਪ ਦੀ ਰਚਨਾ ਬਹੁਪੱਖੀ ਹੈ। ਬਹੁਪੱਖੀ ਮਤਲਬ ਕੀ ਹੈ? ਸਾਰੇ ਪੱਖਾਂ ਤੋਂ, ਸਮਾਜਿਕ, ਆਰਥਿਕ, ਧਾਰਮਿਕ ਤੇ ਰਾਜਨੀਤਿਕ। ਆਪ ਨੇ ਕਵਿਤਾ, ਵਾਰਤਕ, ਨਾਵਲ ਤੇ ਨਾਟਕ ਦੀ ਰਚਨਾ ਕਰਕੇ ਆਧੁਨਿਕ ਪੰਜਾਬੀ ਸਾਹਿਤ ਦਾ ਆਰੰਭ ਕੀਤਾ। ਇਸ ਤੋਂ ਇਲਾਵਾ ਸਿੱਖ ਇਤਿਹਾਸ ਲਿਖਣ ਤੇ ਸੰਪਾਦਨ ਕਰਨ ਦਾ ਕੰਮ ਵੀ ਕੀਤਾ। ਉਹਨਾਂ ਦੀ ਦੇਣ ਗਿਣਾਤਮਕ ਤੇ ਗੁਣਾਤਮਕ ਦੋਹਾਂ ਪੱਖਾਂ ਤੋਂ ਮਹੱਤਵਪੂਰਨ ਹੈ। ਗਿਣ ਦੇ ਵਿੱਚ ਤੇ ਗੁਣਾਂ ਦੇ ਪੱਖੋਂ, ਦੋਨਾਂ ਪੱਖਾਂ ਤੋਂ ਹੀ ਮਹੱਤਵਪੂਰਨ ਹੈ। ਆਪ ਦੀਆਂ ਰਚਨਾਵਾਂ ਦਾ ਪ੍ਰਸਿੱਧ ਰਚਨਾਵਾਂ ਦਾ ਵੇਰਵਾ ਜਿਹੜਾ ਇਸ ਪ੍ਰਕਾਰ ਹੈ। ਬੇਟਾ ਜਿਹੜਾ ਆਪਾਂ ਇਹ ਪੜ੍ਹਦੇ ਹਾਂ ਨਾ, ਠੀਕ ਹੈ, ਜਿਹੜਾ ਜੋ ਵੀ ਕਵੀ ਹੈ, ਜਿਸ ਵੀ ਕਵੀ ਬਾਰੇ ਆਪਾਂ ਪੜ੍ਹ ਰਹੇ ਹਾਂ, ਕਿਸੇ ਲੇਖਕ ਬਾਰੇ ਪੜ੍ਹ ਰਹੇ ਹਾਂ, ਤਾਂ ਉਹਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਵਿੱਚੋਂ ਇੱਕ ਨੰਬਰ ਦੇ ਸ਼ਾਰਟ ਕੁਐਸਚਨ ਆਉਂਦੇ ਨੇ। ਰਾਣਾ ਸੂਰਤ ਸਿੰਘ, ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਨੇ ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਇਹਦੇ ਵਿੱਚੋਂ ਤੁਸੀਂ ਕੋਈ 3-4 ਯਾਦ ਕਰ ਸਕਦੇ ਹੋ। ਠੀਕ ਹੈ, ਮਟਕ ਹੁਲਾਰੇ, ਮੇਰੇ ਸਾਈਆਂ ਜਿਓ, ਕੰਬਦੀ ਕਲਾਈ, ਪ੍ਰੀਤ ਬੀਣਾ, ਕੰਤ ਸਹੇਲੀ, ਵਿਜੇ ਸਿੰਘ, ਸੁੰਦਰੀ, ਸਤਵੰਤ ਕੌਰ, ਸੁਭਾਗ ਜੀ ਦਾ ਸੁਧਾਰ, ਹੱਥੀ ਬਾਬਾ ਨੌਤ ਸਿੰਘ, ਰਾਜਾ ਲਖਦਾਤਾ ਸਿੰਘ, ਗੁਰੂ ਨਾਨਕ ਚਮਤਕਾਰ, ਸ਼੍ਰੀ ਕਲਗੀਧਰ ਚਮਤਕਾਰ ਤੇ ਅਸ਼ਟਗੁਰੂ ਚਮਤਕਾਰ। ਇਹਦੇ ਵਿੱਚੋਂ ਤੁਸੀਂ ਨੇ ਯਾਦ ਕਰਨਾ ਹੈ ਰਾਣਾ ਸੂਰਤ ਸਿੰਘ, ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ ਤੇ ਮੇਰੇ ਸਾਈਆਂ ਜਿਓ, ਕੰਬਦੀ ਕਲਾਈ। ਠੀਕ ਹੈ, ਇਹ 4-5 ਤੁਸੀਂ ਯਾਦ ਕਰ ਸਕਦੇ ਹੋ। ਸਾਹਿਤ ਅਕਾਦਮੀ ਦਿੱਲੀ ਵੱਲੋਂ ਆਪ ਦੀ ਕਾਵਿ ਪੁਸਤਕ ਮੇਰੇ ਸਾਈਆਂ ਜਿਓ ਨੂੰ ਪੁਰਸਕਾਰਿਤ ਕੀਤਾ ਗਿਆ। ਕਿਸ ਅਕਾਦਮੀ ਨੇ ਪੁਰਸਕਾਰਿਤ ਕੀਤਾ ਸੀ ਮੇਰੇ ਸਾਈਆਂ ਜਿਓ ਕਵਿਤਾ ਨੂੰ? ਇਸ ਪੁਸਤਕ ਨੂੰ ਸਾਹਿਤ ਅਕਾਦਮੀ ਦਿੱਲੀ ਵੱਲੋਂ। ਆਪ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਉਪਾਧੀ ਪ੍ਰਦਾਨ ਕੀਤੀ। ਪੰਜਾਬ ਯੂਨੀਵਰਸਿਟੀ ਲਾਹੌਰ ਨੇ ਡੀ ਲਿਟ ਮਾਨਰਥ ਡਿਗਰੀ ਨਾਲ ਸਨਮਾਨਿਆ। ਕਿਹੜੀ ਯੂਨੀਵਰਸਿਟੀ ਨੇ? ਪੰਜਾਬ ਯੂਨੀਵਰਸਿਟੀ ਨੇ। ਹੁਣ ਬੇਟਾ ਆਪਾਂ ਕਵਿਤਾ ਬਾਰੇ ਪੜਾਂਗੇ। ਇਹਨਾਂ ਦੀ ਕਵਿਤਾ ਸਮਾਂ ਕਵਿਤਾ। ਠੀਕ ਹੈ, ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ, ਫੜ ਰਹੀ ਤਰੀਕ, ਤਰੀਕ ਮਤਲਬ ਖਿੱਚ ਰਹੀ ਮੈਂ, ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ, ਅਟਕ ਜੋ ਪਾਈ ਭੰਨੀ, ਤਰੀਖੇ ਆਪਣੇ ਬੇਗ, ਗਿਆ ਟੱਪ ਬੰਨੀ। ਇਸ ਵਿੱਚ ਭਾਈ ਵੀਰ ਸਿੰਘ ਨੇ ਜਿਹੜੇ ਕੀ ਨੇ ਇਸਤਰੀ ਰੂਪ ਦੇ ਵਿੱਚ ਆਪਣੇ ਵਿਚਾਰਾਂ ਨੂੰ ਬਿਆਨ ਕਰਕੇ ਕਹਿ ਰਹੇ ਨੇ ਵੀ ਕਹਿੰਦੇ ਵੀ ਮੈਂ ਸਮੇਂ ਨੂੰ ਰੋਕਣ ਦੇ ਲਈ ਬਹੁਤ ਮਿਹਨਤਾਂ ਕਰਦੀ ਰਹੀ, ਬਹੁਤ ਮਿੰਨਤਾਂ ਤਰਲੇ ਕਰਦੇ ਰਹੀ, ਪਰ ਸਮੇਂ ਨੇ ਮੇਰੀ ਇੱਕ ਵੀ ਨਹੀਂ ਮੰਨੀ। ਮੈਂ ਸਮੇਂ ਨੂੰ ਖਿੱਚਦੀ ਰਹੀ, ਸਮੇਂ ਨੂੰ ਰੋਕਣ ਦਾ ਬਹੁਤ ਯਤਨ ਕੀਤਾ, ਪਰ ਸਮਾਂ ਕੀ ਹੈ ਮੇਰੇ ਹੱਥੋਂ ਖਿਸਕਦਾ ਰਿਹਾ, ਮੈਂ ਸਮੇਂ ਨੂੰ ਰੋਕ ਨਾ ਸਕੀ। ਅਟਕ ਜੋ ਪਾਈ ਭੰਨੀ, ਮੈਂ ਸਮੇਂ ਨੂੰ ਰੋਕਣ ਵਾਸਤੇ ਸਮੇਂ ਦੇ ਰਸਤੇ ਵਿੱਚ ਬਹੁਤ ਰੁਕਾਵਟਾਂ ਵੀ ਪਾਈਆਂ, ਪਰ ਸਮੇਂ ਨੇ ਫਿਰ ਵੀ ਮੇਰੀ ਇੱਕ ਨਹੀਂ ਮੰਨੀ ਹੈਗੀ। ਤੇ ਪਰ ਮੇਰੇ ਤੋਂ ਸਮਾਂ ਜਿਹੜਾ ਕੀ ਉਹ ਆਪਣਾ ਪੱਲਾ ਛੁਡਾ ਕੇ ਮੇਰੇ ਕੋਲੋਂ ਦੂਰ ਜਾਂਦਾ ਰਿਹਾ। ਉਹ ਆਪਣੀ ਤੇਜ਼ ਗਤੀ ਦੇ ਨਾਲ ਕੀ ਹੈ ਮੇਰੇ ਤੋਂ ਦੂਰ ਜਾਂਦਾ ਗਿਆ। ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਉੜਦਾ ਜਾਮਦਾ, ਇਹ ਠਹਿਰਨ ਜਾਚਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਕਵੀ ਕਹਿ ਰਿਹਾ ਵੀ ਜਿਹੜਾ ਮਨੁੱਖ ਨੂੰ ਹਮੇਸ਼ਾ ਕੀ ਹੈ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਭਾਈ ਵੀਰ ਸਿੰਘ ਜੀ ਕਹਿ ਰਹੇ ਨੇ ਮਨੁੱਖ ਨੂੰ ਸਮੇਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਹੈ, ਸਮੇਂ ਦੇ ਸਹੀ ਢੰਗ ਦੇ ਨਾਲ ਸਮੇਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਮਾਂ ਜਿਹੜਾ ਕਿ ਆਪਣੀ ਰਫ਼ਤਾਰ ਦੇ ਨਾਲ, ਆਪਣੀ ਗਤੀ ਦੇ ਨਾਲ ਅੱਗੇ ਵੱਧਦਾ ਜਾ ਰਿਹਾ ਹੈ। ਸਮਾਂ ਬਿਲਕੁਲ ਵੀ ਉਸਨੂੰ ਰੁਕਣਾ ਨਹੀਂ ਆਉਂਦਾ ਹੈਗਾ, ਰੁਕਣ ਦੀ ਜਾਚ ਨਹੀਂ ਹੈਗੀ। ਠੀਕ ਹੈ, ਜਿਹੜਾ ਸਮਾਂ ਇੱਕ ਵਾਰੀ ਬੀਤ ਗਿਆ ਉਹ ਦੁਬਾਰਾ ਕਦੇ ਵਾਪਸ ਨਹੀਂ ਆਉਂਦਾ ਹੈਗਾ। ਇਸ ਕਰਕੇ ਸਾਨੂੰ ਕੀ ਹੈ ਸਮੇਂ ਦੀ ਸਹੀ ਢੰਗ ਦੇ ਨਾਲ ਕੀ ਹੈ ਵਰਤੋਂ ਕਰਨੀ ਚਾਹੀਦੀ ਹੈ। ਬਿਨਫਸ਼ਾ ਦਾ ਫੁੱਲ, ਕਵੀ ਇਸ ਫੁੱਲ ਬਾਰੇ ਜ਼ਿਕਰ ਕਰ ਰਿਹਾ। ਬਿਨਫਸ਼ਾ ਜਿਹੜਾ ਇੱਕ ਜੜੀ ਬੂਟੀ ਦਾ ਨਾਮ ਹੈ ਜਿਹਦੇ ਤੋਂ ਕੀ ਦਵਾਈਆਂ ਬਣਦੀਆਂ ਨੇ। ਇਸ ਦੇ ਵਿੱਚੋਂ ਕੀ ਹੈ ਜਿਹੜੀ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ, ਜਿਹਦੇ ਤੋਂ ਜੜੀਆਂ ਬੂਟੀਆਂ ਦਵਾਈਆਂ ਬਣਦੀਆਂ ਨੇ। ਠੀਕ ਹੈ, ਬਣਾਉਣ ਦੇ ਕੰਮ ਆਉਂਦੇ ਨੇ ਇਹ। ਮੇਰੀ ਛਿਪੀ ਰਹੇ ਗੁਲਜ਼ਾਰ, ਮੈਂ ਨੀਵਾਂ ਉੱਗਿਆ, ਕੋਈ ਲੱਗੇ ਨਾ ਨਜ਼ਰ ਟਪਾਰ, ਮੈਂ ਪਰਬਤ ਲੁਕਿਆ। ਹੁਣ ਇਸ ਵਿੱਚ ਭਾਈ ਵੀਰ ਸਿੰਘ ਜੀ ਨੇ ਜਿਹੜੇ ਕੀ ਨੇ ਉਹ ਕੀ ਹੈ ਜਿਹੜਾ ਬਿਨਫਸ਼ੇ ਦਾ ਫੁੱਲ ਹੈ ਉਹਦਾ ਮਾਨਵੀਕਰਨ ਕਰ ਰਹੇ ਨੇ। ਮਾਨਵੀਕਰਨ ਕਿਵੇਂ ਕਰ ਰਹੇ ਨੇ? ਜਿਹੜਾ ਬਿਨਫਸ਼ੇ ਦਾ ਫੁੱਲ ਹੈ ਉਹਨੂੰ ਮਾਨਵ ਦੇ ਰੂਪ ਦੇ ਵਿੱਚ ਉਹਦਾ ਵਿਵਰਣ ਕਰ ਰਹੇ ਨੇ, ਉਹਦਾ ਚਿਤਰਨ ਕਰ ਰਹੇ ਨੇ ਵੀ ਮਾਨਵ ਦੇ ਰੂਪ ਦੇ ਵਿੱਚ ਜਿਹੜਾ ਬਿਨਫਸ਼ਾ ਦਾ ਫੁੱਲ ਇਹ ਬਿਆਨ ਕਰ ਰਿਹਾ, ਆਪਣੇ ਵਿਚਾਰ, ਆਪਣੇ ਭਾਵ ਪ੍ਰਗਟ ਕਰ ਰਿਹਾ ਉਹ।
ਕੀ ਕਹਿ ਰਿਹਾ ਕਵੀ ਬਿਨਫਸ਼ੇ ਦੇ ਫੁੱਲ ਦਾ ਮਾਨਵੀਕਰਨ ਕਰਦੇ ਹੋਏ ਕਹਿੰਦੇ ਨੇ ਵੀ ਜਿਹੜੀ ਮੇਰੇ ਦਿਲ ਦੀ ਹਮੇਸ਼ਾ ਤੋਂ ਹੀ ਇਹ ਇੱਛਾ ਰਹੀ ਹੈ ਵੀ ਮੈਂ ਕੀ ਹੈ ਹਮੇਸ਼ਾ ਮੈਂ ਲੋਕਾਂ ਤੋਂ ਜਿਹੜਾ ਕੀ ਹੈ ਲੁਕਿਆ ਰਹਾ। ਠੀਕ ਹੈ, ਮੇਰੀ ਇਹ ਇੱਛਾ ਰਹੀ ਹੈ ਮੈਂ ਆਪਣੀ ਜ਼ਿੰਦਗੀ ਜਿਹੜੀ ਉਹ ਲੁਕ ਛੁਪ ਕੇ ਗੁਜ਼ਾਰਾਂ। ਮੈਂ ਨੀਵਾਂ ਉੱਗਿਆ, ਇਸ ਕਰਕੇ ਹੀ ਮੈਂ ਨੀਵੀਂ ਜਗ੍ਹਾ ਤੇ ਉੱਗਿਆ ਹੋਇਆ ਹਾਂ। ਠੀਕ ਹੈ, ਕੋਈ ਲੱਗੇ ਨਾ ਨਜ਼ਰ ਟਪਾਰ, ਮੈਂ ਪਰਬਤ ਲੁਕਿਆ, ਮੈਨੂੰ ਕੋਈ ਵੀ ਨਜ਼ਰ ਨਾ ਲੱਗੇ, ਕਿਸੇ ਦੀ ਨਜ਼ਰ ਨਾ ਲੱਗੇ, ਇਸ ਕਰਕੇ ਕੀ ਹੈ ਮੈਂ ਪਰਬਤਾਂ ਦੇ ਵਿੱਚ ਲੁਕਿਆ ਹੋਇਆ ਹਾਂ। ਮੈਂ ਲਿਆ ਆਕਾਸ਼ੋ ਰੰਗ ਜੋ ਸੋਖ ਨਾ ਵੰਨਦਾ, ਸੋਖ ਕੀ ਹੈ ਬਹੁਤ ਗੂੜਾ ਲਾਲ ਰੰਗ। ਠੀਕ ਹੈ, ਕਹਿੰਦੇ ਮੈਂ ਆਕਾਸ਼ ਤੋਂ ਅਸਮਾਨ ਤੋਂ ਮੈਂ ਇਹ ਗੂੜਾ ਰੰਗ ਲਿਆ ਹੋਇਆ। ਹਾਂ ਧੁਰੋ ਗਰੀਬੀ ਮੰਗ ਮੈਂ ਆਇਆ ਜਗ ਤੇ, ਮੈਂ ਧੁਰ ਤੋਂ ਹੀ ਪ੍ਰਮਾਤਮਾ ਤੋਂ ਹੀ ਮੈਂ ਗਰੀਬੀ ਮੰਗ ਕੇ ਲੈ ਕੇ ਆਇਆ ਹਾਂ, ਇਸ ਕਰਕੇ ਮੈਂ ਜਗਤ ਤੇ ਆਇਆ ਹੋਇਆ ਹਾਂ। ਉਸ ਅਕਾਲ ਪੁਰਖ ਨੇ ਮੇਰੇ ਕੋਲੋਂ, ਉਸ ਅਕਾਲ ਪੁਰਖ ਦੇ ਕੋਲੋਂ ਕੀ ਹੈ ਮੈंने ਗਰੀਬੀ ਦੀ ਦਾਤ ਜਿਹੜੀ ਮੰਗੀ ਸੀਗੀ, ਇਸ ਕਰਕੇ ਮੈਂ ਦੁਨੀਆ ਤੇ ਆਇਆ ਹਾਂ। ਮੈਂ ਕਿਸੇ ਦਾ ਵੀ ਮੈਂ ਜਿਹੜਾ ਧਿਆਨ ਆ ਉਹ ਆਪਣੇ ਵੱਲ ਨਾ ਖਿੱਚਾਂ। ਮੈਂ ਪੀਆ ਅਰਸ਼ ਦੀ ਤਰੇਲ ਭਲਾ ਮੈਂ ਕਿਰਨ ਖਾ, ਮੈਂ ਅਰਸ਼ ਜਿਹੜਾ ਕੀ ਹੈ ਤਰੇਲ ਦੀਆਂ ਬੂੰਦਾਂ ਮੈਂ ਪੀਂਦਾ ਹਾਂ। ਪੀਆ ਮਤਲਬ ਪੀਂਦਾ ਹਾਂ, ਜਦੋਂ ਤਰੇਲ ਪੈਂਦੀ ਹੈ, ਠੀਕ ਹੈ, ਅਸਮਾਨ ਤੋਂ ਤਰੇਲ ਪੈਂਦੀ ਹੈ ਤਾਂ ਉਸ ਦੀਆਂ ਬੂੰਦਾਂ ਮੈਂ ਪੀਂਦਾ ਹਾਂ ਅਤੇ ਸੂਰਜ ਦੀਆਂ ਕਿਰਨਾਂ ਨੂੰ ਖਾ ਕੇ ਮੈਂ ਜਿਉਂਦਾ ਹਾਂ। ਮੇਰੀ ਨਾਲ ਚਾਂਦਨੀ ਖੇਲ ਰਾਤ ਰਲ ਖੇਲੀਏ, ਮੈਂ ਚੰਦ ਚਾਂਦਨੀ ਜਿਹੜੀ ਰਾਤ ਹੈ ਉਸੇ ਨਾਲ ਹੀ ਮੈਂ ਦਿਨ ਰਾਤ ਖੇਡਦਾ ਹਾਂ। ਮੈਂ ਮਸਤੀ ਆਪਣੇ ਹਾਲ ਮਗਨ ਗੰਧ ਆਪਣੀ, ਮੈਂ ਆਪਣੀ ਖੁਸ਼ਬੂ ਦੇ ਵਿੱਚ ਹਮੇਸ਼ਾ ਬੇਪਰਵਾਹ ਹੋ ਕੇ ਮਸਤ ਰਹਿੰਦਾ ਹਾਂ। ਹਾਂ ਦਿਨ ਨੂੰ ਭੌਰੇ ਨਾਲ ਵੀ ਮਿਲਣੋਂ ਸੰਗਦਾ ਹਾਂ, ਦਿਨ ਦੇ ਵਿੱਚ ਜੇ ਮੇਰੇ ਨੇੜੇ ਕੋਈ ਭੌਰਾ ਵੀ ਆਉਂਦਾ ਹੈ, ਕੋਈ ਜੀਵ ਜੰਤੂ ਵੀ ਆਉਂਦਾ ਤਾਂ ਉਸ ਨੂੰ ਮਿਲਣ ਤੋਂ ਮੈਂ ਸੰਗਦਾ ਹਾਂ। ਹਾਂ ਸ਼ੌਖੀ ਕਰਕੇ ਪਾਉਣ ਜਦ ਗਲ ਵਸਦੀ ਹੈ, ਜਦੋਂ ਹਵਾ ਦਾ ਬੁੱਲਾ ਮੇਰੇ ਨਾਲ ਕੋਈ ਟਕਰਾਉਂਦਾ ਮੇਰੇ ਨਾਲ ਵੱਸਦਾ ਹੈ। ਮੈਂ ਨਾ ਹੀ ਧੌਣ ਹਿਲਾਵਾਂ ਧੌਣ ਆਵਾਜ਼ ਨਾ ਕੱਢਦਾ, ਮੈਂ ਨਾ ਹੀ ਆਪਣੀ ਕੋਈ ਗਰਦਨ ਹਿਲਾਉਂਦਾ ਹਾਂ ਤਾਂ ਨਾ ਹੀ ਮੈਂ ਕੋਈ ਆਵਾਜ਼ ਕੱਢਦਾ ਹਾਂ। ਹੋ ਫਿਰ ਵੀ ਟੁੱਟਾ ਹਾਏ ਵਿਛੋੜਨ ਵਾਲਿਓ, ਮੇਰੀ ਭਿੰਨੀ ਇਹ ਖੁਸ਼ਬੂ ਕਿਵੇਂ ਨਾ ਛਿਪਦੀ। ਕਹਿੰਦੇ ਫਿਰ ਵੀ ਮੈਂ ਇੰਨਾ ਕੁਝ ਕਰਦਾ ਪਰ ਫਿਰ ਵੀ ਕੀ ਹੈ ਲੋਕ ਮੇਰੇ ਤੋਂ ਦੂਰ ਨਹੀਂ ਜਾਂਦੇ ਕਿ ਜਿਹੜੀ ਮੇਰੀ ਭਿੰਨੀ ਭਿੰਨੀ ਖੁਸ਼ਬੂ ਹੈ, ਮੇਰੀ ਮਿੱਠੀ ਖੁਸ਼ਬੂ ਹੈ, ਉਹ ਕੀ ਹੈ ਮੈਨੂੰ ਛਿਪਾਉਂਦੀ ਨਹੀਂ ਹੈਗੀ। ਮੇਰੀ ਛਿਪੇ ਰਹਿਣ ਦੀ ਚਾਹ ਤੇ ਛਿਪ ਟੁਰ ਜਾਣ ਦੀ, ਮੇਰੇ ਲੋਕਾਂ ਤੋਂ ਛਿਪ ਕੇ ਸਮਾਜ ਤੋਂ ਛਿਪ ਕੇ ਰਹਿਣ ਦੀ ਜਿਹੜੀ ਇੱਛਾ ਹੈ ਮੇਰੀ ਉਹ ਪੂਰੀ ਨਹੀਂ ਹੋ ਰਹੀ ਹੈਗੀ। ਮੈਂ ਸੋਚਦਾ ਮੈਂ ਚਾਹੁੰਦਾ ਕਿ ਜਿਹੜੀ ਕੀ ਹੈ ਮੈਂ ਸਮਾਜ ਤੋਂ ਲੋਕਾਂ ਤੋਂ ਲੁਕ ਛਿਪ ਕੇ ਰਹਾਂ, ਇਸ ਤਰ੍ਹਾਂ ਹੀ ਮੈਂ ਲੁਕ ਛਿਪ ਕੇ ਇਸ ਸੰਸਾਰ ਜਗਤ ਤੋਂ ਮੈਂ ਤੁਰ ਜਾਵਾਂ। ਹਾਂ ਪੂਰੀ ਹੁੰਦੀ ਨਾ ਮੈਂ ਤਰਲੇ ਲੈ ਰਿਹਾ, ਮੇਰੇ ਗੁਨਾਹ ਕਰਕੇ ਜਿਹੜੀ ਮੇਰੀ ਕੀ ਹੈ ਇੱਛਾ ਹੈ ਉਹ ਮੇਰੀ ਪੂਰੀ ਨਹੀਂ ਹੋ ਰਹੀ ਹੈਗੀ। ਫਿਰ ਵੀ ਭੌਰੇ ਨੇ ਲੋਕ ਨੇ ਮੇਰੇ ਕੋਲ ਆਉਂਦੇ ਨੇ ਤੇ ਮੇਰੀ ਵਰਤੋਂ ਕਰਦੇ ਨੇ। ਟੁਕੜੀ ਜੱਗ ਤੋਂ ਨਿਆਰੀ, ਇਸ ਵਿੱਚ ਭਾਈ ਵੀਰ ਸਿੰਘ ਜੀ ਨੇ ਕਸ਼ਮੀਰ ਦੀ ਸੁੰਦਰਤਾ ਨੂੰ ਬਿਆਨ ਕੀਤਾ ਹੈ। ਅਰਸ਼ਾਂ ਦੇ ਵਿੱਚ ਕੁਦਰਤ ਦੇਵੀ ਸਾਨੂੰ ਨਜ਼ਰੀ ਆਈ, ਹੁਸਨ ਮੰਡਲ ਵਿੱਚ ਖੜੀ ਖੇਲਦੀ, ਖੁਸ਼ੀਆਂ ਚਹਿਬਰ ਲਾਈ। ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸਾਨੂੰ ਅਸਮਾਨ ਦੇ ਵਿੱਚ ਜਿਹੜੀ ਕੀ ਹੈ ਕੁਦਰਤ ਦੀ ਦੇਵੀ ਉਹ ਨਜ਼ਰ ਆਈ ਹੈ। ਇਹ ਜਿਹੜੀ ਕੀ ਹੈ ਕੁਦਰਤ ਦੀ ਦੇਵੀ ਹੈ ਇਹ ਕੀ ਹੈ ਆਪਣੀ ਖੂਬਸੂਰਤੀ ਦੇ ਨਾਲ ਖੇਡਦੀ ਹੈ ਤੇ ਖੁਸ਼ੀਆਂ ਦੀ ਛਹਿਬਰ ਲਾਉਂਦੀ ਹੈ, ਆਲੇ ਦੁਆਲੇ ਕੀ ਹੈ ਖੁਸ਼ੀਆਂ ਦੀ ਝੜੀ ਲਾ ਰਹੀ ਹੈ ਤੇ ਇਹ ਆਪਣੀ ਮਸਤੀ ਦੇ ਵਿੱਚ ਇਹ ਇੱਧਰ ਉੱਧਰ ਟਹਿਲਦੀ ਹੈ। ਦੌੜੀ ਨੇ ਇੱਕ ਮੁੱਠ ਭਰ ਲੀਤੀ, ਇਸ ਵਿੱਚ ਕੀ ਆਇਆ। ਦੌੜੀ ਦੌੜੀ ਨੇ ਆਪਣੀ ਮੁੱਠੀ ਦੇ ਵਿੱਚ ਬਹੁਤ ਕੁਝ ਭਰ ਲਿਆ, ਇਹਦੇ ਵਿੱਚ ਕੀ ਆਇਆ ਫਿਰ। ਪਰਬਤ ਟਿੱਬੇ ਅਤੇ ਕਰੇਵੇ ਵਿੱਚ ਮੈਦਾਨ ਸੁਹਾਇਆ, ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ। ਕਹਿੰਦੇ ਕੁਦਰਤ ਦੀ ਦੇਵੀ ਹੈ ਜਿਹੜੀ, ਠੀਕ ਹੈ, ਉਹਨੇ ਇੱਕ ਮੁੱਠੀ ਭਰ ਲਈ, ਉਸੇ ਮੁੱਠੀ ਦੇ ਵਿੱਚ ਉਹਨੇ ਆਪਣੀ ਮੁੱਠੀ ਦੇ ਵਿੱਚ ਬਹੁਤ ਕੁਝ ਸਮੇਟ ਲਿਆ। ਕੀ ਸਮੇਟ ਲਿਆ, ਉੱਚੇ ਉੱਚੇ ਪਰਬਤ, ਰੇਤ ਦੇ ਟਿੱਬੇ, ਠੀਕ ਹੈ, ਸਖਤ ਪੱਥਰ, ਕਰੇਵੇ ਹੁੰਦੇ ਨੇ ਸਖਤ ਪੱਥਰ, ਠੀਕ ਹੈ, ਤੇ ਇਹ ਮੈਦਾਨ, ਇਹ ਸਾਰਾ ਕੁਝ ਉਹਨੇ ਆਪਣੀ ਮੁੱਠੀ ਦੇ ਵਿੱਚ ਸਮੇਟਿਆ ਹੋਇਆ ਹੈ। ਚਸ਼ਮੇ ਨਾਲੇ ਨਦੀਆਂ ਝੀਲਾਂ ਨਿੱਕੇ ਜਿਵੇਂ ਸਮੁੰਦਰ, ਠੰਡੀਆਂ ਛਾਵਾਂ ਮਿੱਠੀਆਂ ਹਵਾਵਾਂ, ਬਨ ਬਾਗਾਂ ਜਿਹੇ ਸੁੰਦਰ। ਕਵੀ ਭਾਈ ਵੀਰ ਸਿੰਘ ਜੀ ਕਹਿ ਰਹੇ ਨੇ ਕਿ ਜਿਹੜੀ ਕੁਦਰਤ ਦੀ ਦੇਵੀ ਹੈ ਉਹਨੇ ਆਪਣੀ ਮੁੱਠੀ ਦੇ ਵਿੱਚ ਕੀ ਠੰਡੀਆਂ ਹਵਾਵਾਂ, ਚਸ਼ਮੇ, ਨਾਲੇ, ਨਦੀਆਂ, ਝਰਨੇ ਸਭ ਕੁਝ ਆਪਣੀ ਮੁੱਠੀ ਦੇ ਵਿੱਚ ਸਮੋਇਆ ਹੈ। ਇਹ ਸਭ ਕੁਝ ਉਹਨੇ ਆਪਣੀ ਮੁੱਠੀ ਦੇ ਵਿੱਚ ਸਮੋਇਆ ਹੈ। ਇਸ ਮੁੱਠੀ ਦੇ ਵਿੱਚ ਹੋਰ ਕੀ ਹੈ, ਬਰਫਾਂ, ਮੀਂਹ, ਧੁੱਪਾਂ ਤੇ ਬੱਦਲ, ਰੁੱਤਾਂ, ਮੇਵੇ ਪਿਆਰੇ, ਅਰਸ਼ੀ ਨਾਲ ਨਜ਼ਰ ਆਏ। ਮਤਲਬ ਇਹ ਸਾਰਾ ਕੁਝ ਕੀ ਹੈ, ਨਜ਼ਾਰੇ ਨੇ ਜਿਹੜੇ ਆਪਣੀ ਮੁੱਠੀ ਦੇ ਵਿੱਚ ਬੰਦ ਕੀਤੇ ਹੋਏ ਨੇ। ਉਸ ਮੁੱਠੀ ਵਿੱਚ ਸਾਰੇ ਸੋਹਣੇ ਨੇ ਅਸਮਾਨ ਖੜੋ ਕੇ, ਧਰਤੀ ਵੱਲ ਤਕਾ ਕੇ,
ਕਹਿੰਦੇ ਕੁਦਰਤੀ ਦੀ ਦੇਵੀ ਹੈ ਜਿਹੜੀ ਬਹੁਤ ਖੂਬਸੂਰਤ ਸੋਹਣੀ ਹੈ, ਉਹਨੇ ਅਸਮਾਨ ਦੇ ਵਿੱਚ ਖੜ ਕੇ ਧਰਤੀ ਵੱਲ ਵੇਖਿਆ, ਇਹ ਮੁੱਠੀ ਖੋਲੀ ਤੇ ਸੱਟਿਆ। ਉਹਨੇ ਆਪਣੀ ਮੁੱਠੀ ਖੋਲੀ ਤੇ ਸਾਰਾ ਕੁਝ ਜੋ ਵੀ ਉਹਦੀ ਮੁੱਠੀ ਦੇ ਵਿੱਚ ਸੀ, ਮੁੱਠੀ ਦੇ ਵਿੱਚ ਕੀ ਸੀ ਆਪਾਂ ਨੇ ਪੜਿਆ, ਚਸ਼ਮੇ, ਨਾਲੇ, ਨਦੀਆਂ, ਮੈਦਾਨ, ਠੀਕ ਹੈ, ਠੰਡੀਆਂ ਹਵਾਵਾਂ, ਮਿੱਠੀਆਂ ਹਵਾਵਾਂ, ਸਮੁੰਦਰ, ਬਾਗ, ਬਰਫਾਂ, ਮੀਂਹ, ਇਹ ਸਭ ਕੁਝ ਕੀ ਹੈ ਉਹਨੇ ਆਪਣੀ ਮੁੱਠੀ ਖੋਲੀ ਤੇ ਸਭ ਕੁਝ ਧਰਤੀ ਤੇ ਸੁੱਟ ਦਿੱਤਾ। ਸਭ ਕੁਝ ਹੇਠ ਤਕਾ ਕੇ ਸਾਰਾ ਕੁਝ ਕੀ ਹੈ ਧਰਤੀ ਦੇ ਉੱਪਰ ਸੁੱਟ ਦਿੱਤਾ। ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠੀ ਡਿੱਗੀ ਸਾਰੀ, ਉਸ ਥਾਂ ਕਸ਼ਮੀਰ ਬਣ ਗਿਆ। ਜਿਸ ਥਾਂ ਦੇ ਉੱਤੇ ਧਰਤੀ ਦੇ ਉੱਤੇ ਸਾਰਾ ਕੁਝ ਸੁੱਟ ਦਿੱਤਾ, ਉਹ ਥਾਂ ਹੈ ਜਿਹੜੀ ਕੀ ਉਹ ਕਸ਼ਮੀਰ ਬਣ ਗਿਆ। ਆਖਰ ਕਸ਼ਮੀਰ ਕੀ ਹੈ ਸੰਸਾਰ ਦਾ ਸਭ ਤੋਂ ਸਵਰਗ ਥਾਂ ਬਣ ਗਈ। ਟੁਕੜੀ ਜੱਗ ਤੋਂ ਨਿਆਰੀ, ਉਹ ਟੁਕੜੀ ਜਿਹੜੀ ਪੂਰੇ ਸੰਸਾਰ ਤੋਂ ਜੱਗ ਤੋਂ ਨਿਆਰੀ ਹੈ, ਜਿਹੜਾ ਕਸ਼ਮੀਰ ਹੈ ਧਰਤੀ ਪਰ ਛੋ ਅਸਮਾਨੀ, ਸੁੰਦਰਤਾ ਵਿੱਚ ਲਿਸ਼ਕੇ, ਧਰਤੀ ਦੇ ਰਸ ਸਵਾਦ ਨਜ਼ਾਰੇ, ਰਮਜ ਅਰਸ਼ ਦੀ ਚਸਕੇ। ਜਿਹੜਾ ਇਹ ਕਸ਼ਮੀਰ ਹੈ, ਕਵੀ ਲਿਖਦਾ ਹੈ ਵੀ ਕਸ਼ਮੀਰ ਦੀ ਜਿਹੜੀ ਧਰਤੀ ਹੈ ਉਹ ਇੱਕ ਟੁਕੜਾ ਹੈ, ਇਹ ਜਿਹੜਾ ਕੀ ਹੈ ਕਿ ਜੱਗ ਤੋਂ ਇੱਕ ਨਵੇਕਲੀ ਥਾਂ ਬਣ ਚੁੱਕੀ ਹੈ। ਠੀਕ ਹੈ, ਇਸ ਦੇ ਵਿੱਚ ਨਜ਼ਾਰੇ, ਸਵਾਦ, ਸਵਰਗ ਰੂਪੀ ਸਾਰਾ ਕੁਝ ਕੀ ਹੈ, ਇਸ ਦੇ ਵਿੱਚ ਕਸ਼ਮੀਰ ਰੂਪੀ ਸਵਰਗ ਨੂੰ ਦੇਖ ਕੇ ਸਾਰਾ ਕੁਝ ਮਹਿਸੂਸ ਕੀਤਾ ਜਾ ਸਕਦਾ ਹੈ। ਨੈਕਸਟ ਹੈਗਾ ਬ੍ਰਿਛ, ਧਰਤੀ ਦੇ ਹੇ ਤੰਗ ਦਿਲ ਲੋਕੋ, ਨਾਲ ਅਸਾਂ ਕਿਉਂ ਲੜਦੇ, ਚੌੜੇ ਦਾਓ ਅਸਾਂ ਨਹੀਂ ਵਧਣਾ, ਸਿੱਧੇ ਜਾਣਾ ਚੜਦੇ। ਧਰਤੀ ਦੇ ਹੀ ਤੰਗ ਦਿਲ ਲੋਕੋ, ਭਾਈ ਵੀਰ ਸਿੰਘ ਜੀ ਨੇ ਜਿਹੜੇ ਉਹ ਕੀ ਹੈ ਬ੍ਰਿਖ ਦਾ ਕਵੀ ਹੈ, ਜਿਹੜਾ ਕੀ ਹੈ ਬ੍ਰਿਖ, ਭਾਈ ਵੀਰ ਸਿੰਘ ਜੀ ਨੇ ਜਿਹੜੇ ਕੀ ਨੇ ਇਹ ਬ੍ਰਿਖ ਦਾ ਦਰਖਤ ਦਾ ਕੀ ਹੈ ਮਾਨਵੀਕਰਨ ਕਰ ਰਹੇ ਨੇ। ਮਾਨਵੀ ਰੂਪ ਦੇ ਵਿੱਚ, ਇੱਕ ਮਨੁੱਖ ਦੇ ਰੂਪ ਦੇ ਵਿੱਚ ਉਹ ਕਹਿ ਰਹੇ ਨੇ, ਕਹਿੰਦੇ ਹੇ ਦੁਨੀਆ ਦੇ ਲੋਕੋ, ਦੁਨੀਆ ਦੇ ਤੰਗ ਦਿਲ ਲੋਕੋ, ਤੁਹਾਡੀ ਸੋਚ ਬਹੁਤ ਛੋਟੀ ਹੈ, ਤੁਸੀਂ ਸਾਡੇ ਨਾਲ ਹਮੇਸ਼ਾ ਕਿਉਂ ਲੜਦੇ ਆਏ ਹੋ। ਚੌੜੇ ਦਾਉ ਅਸਾਂ ਨਹੀਂ ਵਧਣਾ, ਅਸੀਂ ਚੌੜੇ ਦਾਉ ਦੇ ਵਿੱਚ ਅਸੀਂ ਜ਼ਿਆਦਾ ਥਾਂ ਨਹੀਂ ਘੇਰਦੇ ਹੈਗੇ ਧਰਤੀ ਦੇ ਉੱਪਰ। ਠੀਕ ਹੈ, ਤਾਂ ਅਸੀਂ ਜਿਹੜੇ ਸਾਡਾ ਘਿਰਾਓ ਹੈ ਉਹ ਜ਼ਿਆਦਾਤਰ ਅਸਮਾਨ ਦੇ ਵੱਲ ਹੀ ਅਸੀਂ ਵੱਧਦੇ ਜਾ ਰਹੇ ਹਾਂ। ਅਸੀਂ ਤੁਹਾਡੀ ਬਹੁਤੀ ਥਾਂ ਨਹੀਂ ਘੇਰਦੇ ਹੈਗੇ, ਅਸੀਂ ਸਿੱਧਾ ਅਸਮਾਨ ਦੇ ਵੱਲ ਜਾ ਰਹੇ ਹਾਂ। ਘੇਰੇ ਤੇ ਫੈਲਾਓ ਐ ਸਾਡੇ, ਵਿੱਚ ਅਸਮਾਨਾਂ ਹੋਸਣ, ਗਿੱਠ ਥਾਓ ਧਰਤੀ ਤੇ ਮੱਲੀ, ਅਜੇ ਤੁਸੀਂ ਹੋ ਲੜਦੇ। ਫਿਰ ਉਸ ਤੋਂ ਬਾਅਦ ਕਵੀ ਕਹਿ ਰਹੇ ਨੇ, ਬ੍ਰਿਖ ਦਾ ਮਾਨਵੀਕਰਨ ਕਰਦੇ ਹੋਏ ਲਿਖਦੇ ਨੇ ਕਿ ਸਾਡੇ ਜਿਹੜੇ ਘੇਰੇ ਨੇ, ਜਦੋਂ ਬ੍ਰਿਖ ਹੈ ਇੱਕ, ਠੀਕ ਹੈ, ਧਰਤੀ ਦੀ, ਤਾਂ ਉਹਨਾਂ ਨੇ ਗਿੱਠ ਥਾਂ ਰੁਕੀ ਹੋਈ ਹੁੰਦੀ ਹੈ ਧਰਤੀ ਦੇ ਉੱਪਰ, ਤਾਂ ਪਰ ਉਹਨਾਂ ਦਾ ਜਿਹੜਾ ਫੈਲਾਅ ਹੁੰਦਾ ਹੈ ਉਹ ਕੀ ਹੈ ਅਸਮਾਨ ਦੇ ਵੱਲ ਹੀ ਜ਼ਿਆਦਾ ਹੁੰਦਾ ਹੈ। ਠੀਕ ਹੈ, ਉਹਨਾਂ ਦਾ ਘੇਰਾ ਅਸਮਾਨ, ਕਿਉਂਕਿ ਜਦੋਂ ਦਰਖਤ ਹੈ ਜਿਹੜਾ ਕੀ ਵੱਧਦਾ ਫੁੱਲਦਾ ਉਹ ਅਸਮਾਨ ਦੇ ਵੱਲ ਹੀ ਫੁੱਲਦਾ ਹੈ, ਧਰਤੀ ਤੇ ਤਾਂ ਉਹਦੀ ਥੋੜੀ ਜਿਹੀ ਥਾਂ ਹੀ ਹੁੰਦੀ ਹੈ ਜਿੱਥੇ ਉਹਨੇ ਆਪਣੀਆਂ ਜੜ੍ਹਾਂ ਲਾਣੀਆਂ ਹੁੰਦੀਆਂ ਨੇ। ਠੀਕ ਹੈ, ਅਸਮਾਨਾਂ ਦੇ ਵਿੱਚ ਹੀ ਹੁੰਦੀ ਉਹਨਾਂ ਦੀ। ਅਸੀਂ ਤਾਂ ਸਿਰਫ ਕਹਿੰਦੇ ਵੀ ਧਰਤੀ ਤੋਂ ਇੱਕ ਗਿੱਠ ਕੁ ਥਾਂ ਹੀ ਮੰਗਦੇ ਹਾਂ, ਪਰ ਜਿਹੜਾ ਸਾਡਾ ਪਸਾਰਾ ਹੈ, ਸਾਡਾ ਫੈਲਾਅ ਹੈ, ਸਿਰਫ ਕੀ ਹੈ ਅਸਮਾਨ ਦੇ ਵੱਲ ਹੀ ਹੈ। ਪਰ ਇਸ ਦੇ ਬਾਵਜੂਦ ਵੀ ਇੰਨੇ ਨਾਲੇ ਤਾਂ ਅਸੀਂ ਗਿੱਠ ਕੁ ਧਰਤੀ ਕਹਿੰਦੇ, ਪਰ ਫਿਰ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਸਾਡੇ ਨਾਲ ਕੀ ਨੇ, ਸਾਰੇ ਲੋਕ ਨੇ ਜਿਹੜੇ ਕੀ ਨੇ, ਸਮਾਜ ਹੈ ਉਹ ਕੀ ਹੈ, ਸਾਰੇ ਲੜਾਈਆਂ ਲੜਦੇ ਨੇ। ਉਹ ਸਾਡੀ ਜਾਨ ਦੇ ਦੁਸ਼ਮਣ ਕਿਉਂ ਬਣ ਕੇ ਬੈਠੇ ਹੋਏ ਨੇ, ਉਹ ਸਾਨੂੰ ਲਗਾਤਾਰ ਕੱਟੀ ਜਾ ਰਹੇ ਨੇ, ਜਿਸ ਕਰਕੇ ਉਹ ਵਾਤਾਵਰਨ ਦੇ ਦੁਸ਼ਮਣ ਬਣੇ ਹੋਏ ਨੇ। ਇਹ ਕਵੀ ਨੇ ਜਿਹੜੇ ਕੀ ਨੇ ਬ੍ਰਿਛ ਦੇ ਰੂਪ ਦੇ ਵਿੱਚ ਮਾਨਵੀਕਰਨ ਕਰਦੇ ਹੋਏ ਕਹਿ ਰਹੇ ਨੇ ਇਹ।